ਭਗਵੰਤ ਮਾਨ ਨੇ ਕਿਹਾ ਸੀ ਕਿ ਕੋਈ ਵੀ ਪ੍ਰੋਟੈਸਟ ਨਹੀਂ ਹੋਏਗਾ ਜੇ ਸਾਡੀ ਸਰਕਾਰ ਬਣ ਗਈ। ਤੁਸੀਂ 28 ਦਿਨ ਪ੍ਰੋਟੈਸਟ ਕੀਤਾ ਕਿ ਚਿਹਰੇ ਬਦਲਦੇ ਨੇ, ਦਸਤਾਰਾਂ ਦੇ ਰੰਗ ਬਦਲਦੇ ਨੇ, ਪਰ ਨੀਅਤ ਔਰ ਨੀਤੀ ਨਹੀਂ ਬਦਲਦੀ। ਉਹੀ ਜਿਹੜੀ ਨੀਤੀ ਆ ਇਹ ਲੈ ਕੇ ਸਰਕਾਰਾਂ ਚੱਲਦੀਆਂ ਨੇ। ਮੀਟਿੰਗ ਲੈਣ ਵਾਸਤੇ ਪਹਿਲਾਂ ਧਰਨੇ ਲਾਉਣੇ ਪੈਣੇ ਆ, ਪ੍ਰੋਟੈਸਟ ਕਰਨੇ ਪੈਣੇ ਨੇ। ਇਹ ਗੱਲ ਕਲੀਅਰ ਹੈ ਕਿ ਮੀਟਿੰਗ ਲੈਣ ਵਾਸਤੇ ਵੀ ਧਰਨਾ ਲਾਉਣਾ ਪੈਂਦਾ। ਇਹਨਾਂ ਨੇ ਸਾਨੂੰ ਆਖਿਆ ਸੀ ਵੀ ਹਰ ਮਹੀਨੇ ਤੁਹਾਡਾ ਮੀਟਿੰਗ ਕਰਿਆ ਕਰਾਂਗੇ, ਕੋਈ ਮੀਟਿੰਗ ਨਹੀਂ ਹੋਈ ਮੁੜ ਕੇ। ਪਰ ਸਾਡੇ ਕਿਸਾਨਾਂ ਨੂੰ ਮੀਟਿੰਗ ਜਿਹੜੀ ਆ ਉਹਨਾਂ ਨੇ ਤਾਂ ਧਰਨਾ ਲਾ ਕੇ ਲਈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਝੂਠ ਬੋਲਿਆ ਸੀ ਜੇ ਤੁਸੀਂ ਗੱਲਬਾਤ ਰੱਖੀ ਵੀ ਤੁਸੀਂ ਤਾਂ ਮੀਟਿੰਗ ਕਿਹਾ ਸੀ ਕਿ ਮੈਨੇ ਕਦੋਂ ਨੂੰ ਮੀਟਿੰਗ ਤੁਸੀਂ ਇੱਕ ਕੀਤੀ ਹੈ। ਅਖਬਾਰਾਂ ਵਿੱਚ ਖਬਰਾਂ ਤਾਂ ਆ ਗਈਆਂ ਲਗਾਤਾਰ ਹੀ। ਉਸ ਮੀਟਿੰਗ 'ਚ ਅਸੀਂ ਕਿਹਾ ਉਹਨਾਂ ਨੂੰ ਵੀ ਤੁਸੀਂ ਤਾਂ ਕਿ ਹਰ ਮਹੀਨੇ ਮੀਟਿੰਗ ਕਰਿਆ ਕਰਾਂਗੇ, ਤੇ ਹੁਣ ਤੁਹਾਡੀ ਉਹ ਮੀਟਿੰਗ ਕਿੱਥੇ ਗਈ? ਅੱਜ ਮੀਟਿੰਗ ਸਾਨੂੰ ਧਰਨਾ ਅਨਾਉਂਸ ਕਰਕੇ ਫਿਰ ਮੀਟਿੰਗ ਮਿਲੀ ਹੈ ਕਿ ਆਪਣੇ ਹੱਕ ਲੈਣ ਵਾਸਤੇ ਵੋਟਾਂ ਵਿੱਚ ਕਿ ਸੜਕਾਂ ਤੇ। ਉਸ ਦਿਨ ਕੁਲਦੀਪ ਧਾਲੀਵਾਲ ਜੀ ਨੇ ਮੀਟਿੰਗ 'ਚ ਵੀ ਕਿਹਾ ਵੀ ਇਹ ਆਦੀ ਹੋ ਗਏ ਜੀ, ਵੀ ਇਹ ਕਹਿੰਦੇ ਵੀ ਸਵਾ ਸਾਲ ਅਸੀਂ ਉੱਥੇ ਬਹਿ ਕੇ ਆਏ 1 ਸਾਲ 13 ਦਿਨ, ਤੇ ਇਹਨਾਂ ਨੂੰ ਘਰ ਬੈਠਿਆਂ ਰੋਟੀ ਨਹੀਂ ਹਜ਼ਮ ਹੁੰਦੀ। ਅਸੀਂ ਉਹਨਾਂ ਨੂੰ ਸਾਫ਼ ਸ਼ਬਦਾਂ 'ਚ ਕਿਹਾ ਵੀ ਧਾਲੀਵਾਲ ਸਾਹਿਬ ਅਸੀਂ ਬਿਲਕੁਲ ਸੜਕਾਂ 'ਤੇ ਨਹੀਂ ਆਉਣਾ ਚਾਹੁੰਦੇ, ਸਾਡੇ ਭੈਣਾਂ ਭਰਾ ਨੇ ਸੜਕਾਂ 'ਤੇ, ਅਸੀਂ ਉਹਨੂੰ ਖਰਾਬ ਨਹੀਂ ਕਰਨਾ ਚਾਹੁੰਦੇ। ਪਰ ਸਾਡੇ ਕੋਲ ਰਸਤਾ ਕੀ ਲੋਕਤੰਤਰ ਦੇ ਵਿੱਚ? ਆਪਣੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਰਸਤਾ ਕੀ ਹੈ? ਤੁਸੀਂ ਕਹਿੰਦੇ ਟੇਬਲ ਟਾਕ ਤੇ ਬੁਲਾਉਂਦੇ ਕਿਉਂ ਨਹੀਂ? ਫਿਰ ਜਦੋਂ ਅਸੀਂ ਧਰਨੇ ਲਾਉਂਦੇ ਫਿਰ ਬੁਲਾਉਂਦੇ ਹੋ, ਪਹਿਲਾਂ ਬੁਲਾ ਲਿਆ ਕਰੋ। ਸਰਕਾਰ ਦੇ ਕੋਲ ਜਿਹੜੇ IAS ਇਹਨਾਂ ਦੇ ਅਫਸਰ ਨੇ ਵੱਡੇ, ਉਹ ਨੀਤੀ ਘਾੜੇ ਉਹ ਬੈਠੇ ਨੇ ਜਿਹੜੇ ਕਿ ਪ੍ਰੈਕਟੀਕਲੀ ਖੇਤ ਦੇ ਵਿੱਚ ਜਾਂਦੇ ਹੀ ਨਹੀਂ। ਵੀ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਗੁੜ ਦੀ ਡਲੀ ਕੜਾਹੇ 'ਚ ਪੈਦਾ ਹੁੰਦੀ ਹੈ ਕਿ ਦਰਖਤ ਨੂੰ ਲੱਗਦੀ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਆਲੂ ਜਿਹੜਾ ਆ ਉਹ ਜ਼ਮੀਨ 'ਚ ਪੈਦਾ ਹੁੰਦਾ ਕਿ ਉੱਪਰ ਛਿੱਟੇ 'ਚ ਲੱਗਦਾ। ਇਹਨੂੰ ਇਹ ਨਹੀਂ ਪਤਾ ਹੋਣਾ ਵੀ ਕਣਕ ਜ਼ਮੀਨ 'ਚ ਨਿਕਲਦੀ ਕਿ ਛਿੱਟੇ 'ਚ ਪੈਂਦੀ ਹੈ। ਇਹ IAS ਪੜ੍ਹਦੇ ਨੇ ਇਸੀ ਕਿਤਾਬਾਂ 'ਚ ਬੈਠ ਕੇ, ਤੇ ਉਹ ਨੀਤੀਆਂ ਉਹ ਲਾਗੂ ਕਰਦੇ ਨੇ। ਬਹੁਤ ਇਹਨਾਂ ਨੂੰ ਚਾਹੀਦਾ ਕੀ ਹੈ? ਜਿਹੜੇ ਪ੍ਰੈਕਟੀਕਲ ਤੌਰ ਤੇ ਕਿਸਾਨ ਖੇਤ 'ਚ ਵਿਚਰਦਾ ਹੈ, ਜੇ ਕਿਸਾਨ ਨੂੰ ਪਤਾ ਹੈ ਵੀ ਮੇਰਾ ਲਾਗਤ ਮੁੱਲ ਕੀ ਹੈ, ਮੈਨੂੰ ਕਿਹੜੀਆਂ ਮੁਸ਼ਕਲਾਂ ਆਉਣੀਆਂ ਨੇ, ਉਹ ਮੈਂਬਰ ਲੈ ਲੈਣਾ ਆਗੂਆਂ ਦੇ ਵਿੱਚੋਂ ਚੁਣ ਕੇ ਵੀ ਭਾਈ ਦਿਓ 2-2 ਆਗੂ ਆਪਣੇ। ਪੰਜਾਬ ਦੇ ਵਿੱਚ ਖੇਤੀ ਨੂੰ ਲੈ ਕੇ, ਖੇਤੀ ਮਾਡਲ ਨੂੰ ਲੈ ਕੇ ਵੀ ਗੱਲਬਾਤ ਹੁੰਦੀ ਹੈ, ਚਰਚਾ ਹੁੰਦੀ ਹੈ। ਪੰਜਾਬ ਅੱਜ ਆਰਥਿਕ ਪੱਖੋਂ ਜਾਂ ਖੇਤੀ ਪੱਖੋਂ ਕਿੱਥੇ ਖੜਾ ਹੈ? ਕੀ ਪੰਜਾਬ ਦੀ ਹੁਣ ਕੋਈ ਗੱਲ ਸੁਣਨ ਵਾਲਾ ਹੈਗਾ? ਕਿਉਂਕਿ ਚਰਚਾ ਬਾਰ-ਬਾਰ ਤਾਂ ਹੁੰਦੀ ਹੈ ਕਿ ਪੰਜਾਬ ਕੋਲ ਹੁਣ ਬਚਿਆ ਕੀ ਹੈ। ਖੇਤੀ ਸੰਕਟ ਵਿੱਚ, ਪਾਣੀ ਦਾ ਕੋਈ ਹੱਲ ਨਹੀਂ ਹੈਗਾ, ਨੌਜਵਾਨੀ ਬਾਹਰ ਜਾ ਰਹੀ ਹੈ, ਮੁੱਲ ਨਹੀਂ ਮਿਲਦੇ, ਗੰਨੇ ਦਾ ਮੁੱਲ ਨਹੀਂ ਮਿਲਦਾ ਪਿਆ, ਪ੍ਰੋਟੈਸਟ ਵੀ ਹੁੰਦੇ ਨੇ, ਹਾਈਵੇ ਵੀ ਜਾਮ ਹੁੰਦੇ ਨੇ। ਕਿ ਹਰ ਇੱਕ ਚੀਜ਼ ਲੈਣ ਵਾਸਤੇ ਜਾਂ ਸਰਕਾਰ ਨਾਲ ਮੀਟਿੰਗ ਕਰਨ ਵਾਸਤੇ ਪਹਿਲਾਂ ਪ੍ਰੋਟੈਸਟ ਕਰਨੇ ਪੈਣੇ ਨੇ, ਧਰਨੇ ਦੇਣੇ ਪੈਣੇ ਨੇ, ਉਸ ਤੋਂ ਬਾਅਦ ਆ ਕੇ ਕਿ ਸਰਕਾਰ ਤੁਹਾਡੀ ਗੱਲਬਾਤ ਸੁਣੇਗੀ। ਚਰਚਾ ਕਰਾਂਗੇ ਇਸ ਉੱਪਰ। ਸਾਡੇ ਨਾਲ ਮੌਜੂਦ ਨੇ ਮਨਜੀਤ ਸਿੰਘ ਰਾਏ, ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਸੀ ਜਲੰਧਰ ਫਗਵਾੜਾ ਹਾਈਵੇ ਦੇ ਉੱਤੇ। ਹਾਈਵੇ ਬੰਦ ਵੀ ਕੀਤਾ ਸੀ, ਪਰ ਕੀ ਕੋਈ ਸਿੱਟਾ ਨਿਕਲ ਪਾਇਆ? ਗੰਨੇ ਦੇ ਮਸਲੇ ਨੂੰ ਲੈ ਕੇ ਅੱਜ ਤੱਕ ਵੀ ਪੈਸੇ ਖੜੇ ਨੇ, ਪਿਛਲੇ ਕਈ ਸਾਲਾਂ ਦੇ ਪੈਸੇ ਕਿਸਾਨ ਨੂੰ ਨਹੀਂ ਮਿਲ ਰਹੇ। ਫਿਰ ਕਿਸਾਨ ਕਰੂ ਕੀ? ਕਿਸਾਨ ਦੇ ਪੱਲੇ ਕੀ ਰਹਿ ਗਿਆ ਜੇ ਕਿਸਾਨਾਂ ਨੂੰ ਉਹਦਾ ਮੁੱਲ ਨਹੀਂ ਮਿਲਣਾ? ਕਿ ਅਖੀਰ ਇੱਕੋ ਹਥਿਆਰ ਹੈ ਕਿ ਸੜਕਾਂ ਦੇ ਉੱਤੇ ਆ ਕੇ ਆਪਣੇ ਹੱਕ ਲੈਣੇ ਪੈਣੇ ਨੇ, ਜਿਵੇਂ ਦਿੱਲੀ ਦੇ ਵਿੱਚ ਇੱਕ ਮੋਰਚਾ ਲੱਗਿਆ ਸੀ। ਮਨਜੀਤ ਰਾਏ ਸਾਡੇ ਨਾਲ ਨੇ। ਰਾਏ ਸਾਹਿਬ, ਤੁਸੀਂ ਗੰਨੇ ਨੂੰ ਲੈ ਕੇ ਪ੍ਰੋਟੈਸਟ ਕੀਤਾ, ਗੱਲਬਾਤ ਉਸ ਤੋਂ ਪਹਿਲਾਂ ਵੀ ਭਗਵੰਤ ਮਾਨ ਨਾਲ ਮੀਟਿੰਗ ਹੋਈ, ਹੱਲ ਕਿਉਂ ਨਹੀਂ ਨਿਕਲਿਆ? ਦੇਖੋ, ਹਮੇਸ਼ਾ ਸਰਕਾਰਾਂ ਤੇ ਭਰੋਸਾ ਕਰਦੇ ਹਾਂ। ਸਰਕਾਰ ਨੇ ਇਸ ਗੱਲ ਦਾ ਭਰੋਸਾ ਦਵਾਇਆ ਸਾਨੂੰ ਕਿ ਤੁਹਾਡਾ 1-1 ਰੁਪਈਆ ਲੈ ਕੇ ਦੇਵਾਂਗੇ, ਚਾਹੇ ਉਹਨਾਂ ਦੀ ਜ਼ਮੀਨ ਵੇਚ ਕੇ ਲੈ ਕੇ ਦਈਏ, ਮਿੱਲਾਂ ਅਸੀਂ ਚਲਾਵਾਂਗੇ। ਤੁਸੀਂ ਭਗਵੰਤ ਮਾਨ ਜੀ ਦਾ ਬਿਆਨ ਵੀ ਸੁਣਿਆ ਹੋਊਗਾ, ਮਾਨਯੋਗ ਮੁੱਖ ਮੰਤਰੀ ਜੀ ਦਾ, ਔਰ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਜੀ ਦਾ ਵੀ ਬਿਆਨ ਸੁਣਿਆ ਹੋਊਗਾ। ਉਹਨਾਂ ਨੇ ਕਿਹਾ ਜਿਹੜੀਆਂ ਮਿੱਲਾਂ ਕਿਸਾਨਾਂ ਦੇ ਪੈਸੇ ਬਕਾਇਆ ਰੱਖ ਕੇ ਬੈਠੀਆਂ ਨੇ, ਅਗਰ ਉਹ ਨਹੀਂ ਦਿੰਦੀਆਂ ਤੇ ਅਸੀਂ ਮਿੱਲਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਰਕਾਰ ਚਲਾਏਗੀ। ਸੋ ਉਸ ਭਰੋਸੇ ਤੋਂ ਬਾਅਦ ਅਸੀਂ 28 ਦਿਨ ਸਾਡਾ ਧਰਨਾ ਚੱਲਿਆ ਨੈਸ਼ਨਲ ਹਾਈਵੇ ਦੇ ਉੱਪਰ ਫਗਵਾੜਾ, ਔਰ ਉਹ ਧਰਨੇ ਤੋਂ ਬਾਅਦ ਸਾਨੂੰ ਸਰਕਾਰ ਨੇ ਭਰੋਸਾ ਦਿੱਤਾ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਜੀ ਨਾਲ ਸਾਡੀ ਮੀਟਿੰਗ ਹੋਈ ਅੰਮ੍ਰਿਤਸਰ ਸਾਹਿਬ, ਔਰ ਉੱਥੇ ਜਦੋਂ ਮੀਟਿੰਗ ਹੋਈ ਆ, ਉੱਥੇ ਮੀਟਿੰਗ ਤੋਂ ਬਾਅਦ ਅਸੀਂ ਉਹ ਧਰਨਾ ਜਿਹੜਾ ਇਹਨਾਂ ਦੇ ਕਹਿਣ ਤੇ, ਇਹਨਾਂ ਦੇ ਜਿਹੜੇ ਟਾਂਡਾ ਤੋਂ MLA ਨੇ ਜਸਵੀਰ ਰਾਜਾ ਜੀ, ਉਹ ਆਏ ਨੇ। ਉਹਨਾਂ ਦਾ ਬੜਾ ਵਧੀਆ ਐਫਰਟ ਸੀਗਾ, ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਉਹ ਇੱਕ MLA ਨੇ, ਉਹਨਾਂ ਨੇ ਆ ਕੇ ਭਰੋਸਾ ਦਿੱਤਾ ਮੰਤਰੀ ਜੀ ਦੇ ਕਹਿਣ ਤੇ ਵੀ ਅਸੀਂ ਇਹ ਮਿਲ ਨਹੀਂ ਚੱਲੂਗੀ, ਅਸੀਂ ਚਲਾਵਾਂਗੇ। ਫਿਰ ਅਸੀਂ ਉਹ ਧਰਨਾ ਜਿਹੜਾ ਉੱਥੋਂ ਆਪਣਾ ਚੁੱਕਿਆ। ਪਰ ਹੁਣ ਬਾਅਦ ਦੇ ਵਿੱਚ ਜਦੋਂ ਸਰਕਾਰ ਦੀ ਗੱਲ ਆਈ, ਵਾਰੀ ਆਈ ਫਿਰ ਚਲਾਉਣ ਦੀ, ਕਿਉਂਕਿ ਉਹਦਾ ਮਾਲਕ ਭੱਜ ਚੁੱਕਾ ਹੈ ਇੱਥੋਂ, ਪੰਜਾਬ ਛੱਡ ਕੇ ਇੰਗਲੈਂਡ ਚਲਾ ਗਿਆ। ਤੇ ਜਦੋਂ ਸਰਕਾਰ ਦੀ ਵਾਰੀ ਆਈ ਤਾਂ ਸਰਕਾਰ ਹੱਥ ਖੜੇ ਕਰਨ ਲੱਗ ਪਈ ਚਲਾਉਣ ਵਾਸਤੇ। ਫਿਰ ਅਸੀਂ ਸਰਕਾਰ ਨੂੰ ਕਿਹਾ ਵੀ ਤੁਸੀਂ ਆਪ ਚਲਾਓ ਜਾਂ ਕੋਈ ਪ੍ਰਾਈਵੇਟ ਪਲੇਅਰ ਚਲਾਵੇ। ਸਾਡਾ ਤਾਂ ਏਰੀਏ ਦੇ ਵਿੱਚ 70 ਲੱਖ ਕੁਇੰਟਲ ਗੰਨਾ ਖੜਾ ਹੈ, ਜਿਹੜਾ ਘੱਟ ਤੋਂ ਘੱਟ 200 ਕਰੋੜ ਤੋਂ ਉੱਪਰ ਦਾ ਗੰਨਾ ਹੈ, 250 ਕਰੋੜ ਦੇ ਕਰੀਬ। ਤੁਸੀਂ ਇਹ ਲਾ ਲਓ ਵੀ ਉਹ ਜਿਹੜਾ ਗੰਨਾ ਸਾਡਾ ਖੜਾ ਹੈ, ਉਸ ਗੰਨੇ ਨੂੰ ਕੌਣ ਕ੍ਰਸ਼ ਕਰੇਗਾ?
ਉਹ ਕਿੱਥੇ ਲਿਜਾਣਗੇ ਕਿਸਾਨ? ਇੱਕ ਤੁਸੀਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹੋ, ਫਸਲੀ ਵਿਭਿੰਨਤਾ 'ਚ ਗੰਨੇ ਦੀ ਫਸਲ ਬਹੁਤ ਵਧੀਆ ਫਸਲ ਹੈ, ਲੋਕ ਖੁਸ਼ ਹੋ ਕੇ ਬੀਜਦੇ ਨੇ ਔਰ ਇਹ ਪਾਣੀ ਘੱਟ ਖਾਂਦਾ ਹੈ, ਆਕਸੀਜਨ ਵੱਧ ਦਿੰਦਾ ਹੈ, ਸਾਡਾ ਵਾਤਾਵਰਨ ਵੀ ਠੀਕ ਕਰਦਾ ਹੈ ਤੇ ਕਿਉਂਕਿ ਇੱਕ ਸਾਲ ਹਰਿਆਲੀ ਰਹਿੰਦੀ ਹੈ ਇਹਦੀ, ਸਾਲ ਬਾਅਦ ਕਟਾਈ ਕਰਦੇ ਹਾਂ ਅਸੀਂ। ਕਹਿਣ ਦਾ ਭਾਵ ਹੈ ਵੀ ਜਦੋਂ ਉਹ ਮਿੱਲਾਂ ਨਹੀਂ ਚੱਲਣਗੀਆਂ ਕਿਸਾਨ ਖੱਜਲ ਖੁਆਰ ਹੋਣਗੇ, ਅਖੀਰ ਉਹਨੂੰ ਪੱਟਣਗੇ, ਫਿਰ ਝੋਨੇ ਵੱਲ ਜਾਣਗੇ। ਅਸੀਂ ਝੋਨੇ ਤੋਂ ਬਦਲ ਕੇ ਤਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤੇ ਫਿਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਰਕਾਰਾਂ ਆਪ ਮਿੱਲਾਂ ਚਲਾਉਣ, ਜਿਹੜੀਆਂ ਇਹਨਾਂ ਦੀਆਂ ਕੋਆਪਰੇਟਿਵ ਮਿੱਲਾਂ ਹੈਗੀਆਂ ਉਹਨਾਂ ਨੂੰ ਵੱਡਾ ਕਰਨ। ਨਹੀਂ ਹੁਣ ਬਕਾਇਆ ਮਿਲੂਗਾ ਜੇ ਗੱਲ ਉੱਥੇ ਟੁੱਟ ਗਈ, 28 ਦਿਨ ਦਾ ਧਰਨਾ ਚੱਲਿਆ, ਧਰਨਾ ਤੁਸੀਂ ਚੁੱਕ ਲਿਆ, ਹੁਣ ਕੀ ਮੁੱਲ ਮਿਲੂਗਾ? ਕੋਈ ਗੱਲਬਾਤ ਹੋਈ ਉਸ ਤੋਂ ਬਾਅਦ? ਉਸ ਤੋਂ ਬਾਅਦ ਕੇਵਲ ਇੰਨਾ ਹੋਇਆ ਕਿ ਅਸੀਂ ਜਿਹੜਾ 24 ਕਰੋੜ ਰੁਪਈਆ ਭੂਨੇ ਵਾਲੀ ਜ਼ਮੀਨ ਵੇਚ ਕੇ ਇਹਨਾਂ ਨੇ ਉਹ ਸਾਡੇ ਖਾਤਿਆਂ ਦੇ ਵਿੱਚ ਮਤਲਬ ਕਹਿਤਾ ਵੀ ਪਾਉਣਾ, ਉਹ ਪਾਇਆ ਸਾਡੇ 23 ਕਰੋੜ 76 ਲੱਖ। ਪਰ ਉਸ ਤੋਂ ਬਾਅਦ ਨਾ ਜਿਹੜੀ ਹੁਣ ਸਾਡੀ 49 ਕਰੋੜ ਦੇ ਕਰੀਬ ਅਜੇ ਸਾਡਾ ਬਕਾਇਆ ਖੜਾ ਹੈ ਮਿਲ ਮਾਲਕਾਂ ਵੱਲ, ਪਰ ਉਹ 49 ਕਰੋੜ ਜਿਹੜਾ ਬਕਾਇਆ ਖੜਾ ਉਹਦੇ ਬਾਰੇ ਸਰਕਾਰ ਚੁੱਪੀ ਸਾਧ ਕੇ ਬੈਠੀ ਆ। ਅਸੀਂ ਕਿਹਾ ਸੀ ਵੀ ਇਹਨਾਂ ਦੇ ਮਾਲਕਾਂ ਦੇ ਪਰਚੇ ਕਰੋ, ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰੋ। ਡੀਸੀ ਨੇ ਕਹਿ ਦਿੱਤਾ ਕਪੂਰਥਲਾ ਵੀ 23 ਪ੍ਰਾਪਰਟੀਆਂ ਅਟੈਚ ਕਰਤੀਆਂ। ਅਟੈਚ ਨੂੰ ਕੀ ਕਰਾਂਗੇ? ਉਹਨਾਂ ਨੂੰ ਵੇਚੋ, ਵੇਚ ਕੇ ਕਿਸਾਨਾਂ ਦੇ ਖਾਤਿਆਂ 3-3 ਸਾਲ ਦੇ ਤਾਂ ਪੈਸੇ ਫਸੇ ਹੋਏ ਨੇ, ਕਿਸਾਨ ਕਿੱਧਰ ਜਾਏਗਾ? ਸੋ ਉਹ ਪੈਸੇ ਜਿਹੜੇ ਕਿਸਾਨਾਂ ਦੇ ਖਾਤਿਆਂ 'ਚ ਆਉਣੇ ਚਾਹੀਦੇ ਨੇ, ਉਹ ਤੇ ਤੁਰੰਤ ਜਿਹੜੀ ਸਰਕਾਰ ਕਾਰਵਾਈ ਕਰੇ। ਅੱਜ ਵੀ ਅਸੀਂ ਆਏ ਆ ਇੱਥੇ ਚੰਡੀਗੜ੍ਹ, ਮੁੱਖ ਮੰਤਰੀ ਜੀ ਦੇ ਨਾਲ ਮੀਟਿੰਗ ਹੈ, ਅੱਜ ਵੀ ਉਹਨਾਂ ਕੋਲੇ ਗੱਲ ਰੱਖਾਂਗੇ ਵੀ ਭਾਈ ਉਹਨਾਂ ਦੀ ਜ਼ਮੀਨ ਵੇਚ ਕੇ ਸਾਡੇ ਖਾਤਿਆਂ 'ਚ ਪੈਸੇ ਪਾਏ ਜਾਣ। ਅੱਛਾ, ਭਗਵੰਤ ਮਾਨ ਨੇ ਕਿਹਾ ਸੀ ਕਿ ਕੋਈ ਵੀ ਪ੍ਰੋਟੈਸਟ ਨਹੀਂ ਹੋਏਗਾ ਜੇ ਸਾਡੀ ਸਰਕਾਰ ਬਣ ਗਈ। ਤੁਸੀਂ 28 ਦਿਨ ਪ੍ਰੋਟੈਸਟ ਕੀਤਾ, ਕਿ ਭਗਵੰਤ ਮਾਨ ਨੂੰ ਹੁਣ ਸਵਾਲ ਹੋਣੇ ਚਾਹੀਦੇ ਨੇ ਜਾਂ ਸਵਾਲ ਕਰਨੇ ਹੋ ਵੀ ਤੁਸੀਂ ਖੁਦ ਕੀ ਸੀ ਸਟੇਟਮੈਂਟ ਦਿੱਤੀ ਸੀ, ਵੋਟਾਂ ਤੁਹਾਨੂੰ ਪਾ ਕੇ ਜਿਤਾਇਆ? ਬਿਲਕੁਲ ਕਰਾਂਗੇ। ਮੈਂ ਤੇ ਬਹੁਤ ਵਾਰ ਕਿਹਾ ਸਟੇਜਾਂ ਤੋਂ ਕਿ ਚਿਹਰੇ ਬਦਲਦੇ ਨੇ, ਦਸਤਾਰਾਂ ਦੇ ਰੰਗ ਬਦਲਦੇ ਨੇ, ਪਰ ਨੀਅਤ ਔਰ ਨੀਤੀ ਨਹੀਂ ਬਦਲਦੀ। ਉਹੀ ਜਿਹੜੀ ਨੀਤੀ ਆ ਇਹ ਲੈ ਕੇ ਸਰਕਾਰਾਂ ਚੱਲਦੀਆਂ ਨੇ, ਵਾਅਦਾ ਕਰ ਦੇਣਾ ਉਹਨੂੰ ਪੂਰਾ ਨਹੀਂ ਕਰਨਾ। ਸੋ ਇਹ ਮੈਂ ਗੱਲ ਕਵਾਂਗਾ, ਅੱਜ ਅਸੀਂ ਇਹ ਗੱਲ ਕਰਾਂਗੇ ਵੀ ਤੁਸੀਂ ਕਿਹਾ ਸੀ ਕਿਸਾਨਾਂ ਦਾ ਕਿਸੇ ਕਿਸਾਨ ਨੂੰ ਸੜਕਾਂ ਤੇ ਨਹੀਂ ਆਉਣਾ ਪਏਗਾ, ਪਰ ਸਾਨੂੰ ਤਾਂ ਮਜਬੂਰਨ ਆ ਤੁਸੀਂ ਹੁਣੀ ਨਹੀਂ ਪਿਛਲੇ ਦਿਨੀ 380 ਰੁਪਏ ਰੇਟ ਕੀਤਾ, ਫਿਰ ਇਹ ਕਹਿ ਦਿੰਦੇ ਤੁਸੀਂ ਸਾਡਾ ਧੰਨਵਾਦ ਨਹੀਂ ਕਰਦੇ। ਸਰਕਾਰ ਦਾ ਧੰਨਵਾਦ ਕਰਾਂਗੇ, ਪਰ ਕਾਰਨ ਇੱਕ ਹੈ, ਉਹ 380 ਸਾਨੂੰ ਕਰਾਉਣਾ ਕਿਵੇਂ ਪਿਆ? ਜਦੋਂ ਅਸੀਂ ਕਿਹਾ ਵੀ ਅਸੀਂ ਤਾਂ ਸੜਕ ਤੇ ਧਰਨਾ ਲਾਵਾਂਗੇ, ਹਾਈਵੇ ਜਾਮ ਕਰਾਂਗੇ। ਉਸ ਤੋਂ ਬਾਅਦ ਮੀਟਿੰਗ ਆਈ, ਮੀਟਿੰਗ ਆਉਣ ਤੋਂ ਬਾਅਦ ਫਿਰ ਜਾ ਕੇ ਸਾਡੇ ਨਾਲ ਜਿਹੜੀ ਗੱਲਬਾਤ ਬੈਠ ਕੇ ਕੀਤੀ ਹੈ ਕੁਲਦੀਪ ਧਾਲੀਵਾਲ ਜੀ ਨੇ, ਤਾਂ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਸੈਸ਼ਨ ਚੱਲਦਾ 3 ਤਰੀਕ ਨੂੰ ਮੁੱਖ ਮੰਤਰੀ ਜੀ ਇਹਦਾ ਰੇਟ ਅਨਾਉਂਸ ਕਰਨਗੇ, ਫਿਰ ਰੇਟ ਅਨਾਉਂਸ ਕੀਤਾ। ਅੱਛਾ, ਕੀ ਮੀਟਿੰਗ ਲੈਣ ਵਾਸਤੇ ਪਹਿਲਾਂ ਧਰਨੇ ਲਾਉਣੇ ਪੈਣੇ ਆ, ਪ੍ਰੋਟੈਸਟ ਕਰਨੇ ਪੈਣੇ ਨੇ? ਦੇਖੋ ਇਹ ਗੱਲ ਕਲੀਅਰ ਹੈ ਕਿ ਮੀਟਿੰਗ ਲੈਣ ਵਾਸਤੇ ਵੀ ਧਰਨਾ ਲਾਉਣਾ ਪੈਂਦਾ, ਸਰਕਾਰਾਂ ਨੂੰ ਆਪ ਚਾਹੀਦਾ। ਕੁਲਦੀਪ ਧਾਲੀਵਾਲ ਜੀ ਨੇ ਸਾਨੂੰ ਸਾਡੇ ਨਾਲ 22 ਜੁਲਾਈ ਨੂੰ ਮੀਟਿੰਗ ਹੋਈ ਸੀ, ਇਹਨਾਂ ਨੇ ਸਾਨੂੰ ਆਖਿਆ ਸੀ ਵੀ ਹਰ ਮਹੀਨੇ ਤੁਹਾਡੇ ਨਾਲ ਮੀਟਿੰਗ ਕਰਿਆ ਕਰਾਂਗੇ। ਕੋਈ ਮੀਟਿੰਗ ਨਹੀਂ ਹੋਈ ਮੁੜ ਕੇ। ਆਹ ਮੀਟਿੰਗ ਜੇਕਰ ਲਾਈਆਂ, ਹੁਣ ਮੀਟਿੰਗ ਲਈਆਂ, ਉਹ ਚਾਹੇ ਸਾਡੇ ਇੱਕ ਹੋਰ ਭਰਾ ਅੰਦਰ ਬੈਠੇ ਮੀਟਿੰਗ ਕਰਦੇ ਨੇ, ਅਸੀਂ ਸਾਡੀ 3 ਵਜੇ ਹੈ, ਪਰ ਸਾਡੇ ਕਿਸਾਨਾਂ ਨੂੰ ਮੀਟਿੰਗ ਜਿਹੜੀ ਆ ਉਹਨਾਂ ਨੇ ਤਾਂ ਧਰਨਾ ਲਾ ਕੇ ਲਈ। ਚਲੋ ਸਾਨੂੰ ਧਰਨੇ ਤੋਂ ਪਹਿਲਾਂ ਮਿਲ ਗਈ ਮੀਟਿੰਗ ਵੀ ਸਾਡੇ ਨਾਲ ਕੁਲਦੀਪ ਧਾਲੀਵਾਲ ਜੀ ਨੇ ਵਾਅਦਾ ਕਰ ਲਿਆ ਵੀ ਤੁਹਾਡੀ ਮੀਟਿੰਗ ਵੀ ਹੋ ਜਾਊਗੀ ਤਾਂ ਰੇਟ ਦਾ ਵਾਧਾ ਵੀ ਕਰ ਦਿਆਂਗੇ। ਪਰ ਮੈਂ ਇਹ ਗੱਲ ਕਹਾਂਗਾ ਕਿ ਸਰਕਾਰ ਨੂੰ ਪਹਿਲਾਂ ਨਹੀਂ ਪਤਾ ਜਿਹੜਾ ਵਾਅਦਾ ਕੀਤਾ ਹੋਇਆ। ਆਲਰੇਡੀ ਮਹੀਨੇ ਬਾਅਦ ਫਾਰਮਰ ਨੂੰ, ਸਾਰੇ ਕਿਸਾਨ ਲੀਡਰਾਂ ਨੂੰ ਬੁਲਾਉਣ, ਇਹ ਸੱਦ ਕੇ ਉਹਨਾਂ ਨੂੰ ਪੁੱਛਣ ਤੁਹਾਡੀਆਂ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਆ ਰਹੀਆਂ ਨੇ, ਉਹ ਮੁਸ਼ਕਲਾਂ ਦਾ ਹੱਲ ਆਪਾਂ ਐਵੇਂ ਕੱਢ ਸਕਦੇ ਹਾਂ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਝੂਠ ਬੋਲਿਆ ਸੀ ਜੇ ਤੁਸੀਂ ਗੱਲਬਾਤ ਰੱਖੀ ਵੀ ਤੁਸੀਂ ਤਾਂ ਮੀਟਿੰਗ ਕਿਹਾ ਸੀ ਇੱਕ ਮਹੀਨੇ ਕਰਨ ਨੂੰ, ਮੀਟਿੰਗ ਤੁਸੀਂ ਇੱਕ ਕੀਤੀ ਹੈ, ਅਖਬਾਰਾਂ ਵਿੱਚ ਖਬਰਾਂ ਤਾਂ ਆ ਗਈਆਂ ਲਗਾਤਾਰ ਹੀ, 2 ਦਿਨ ਸੁਰਖੀਆਂ ਵੀ ਬਣੇ ਦੇ ਨੇ ਧਾਲੀਵਾਲ ਸਾਹਿਬ। ਅਸੀਂ ਹਰ ਵਾਰੀ ਮੀਟਿੰਗ 'ਚ ਕਹਿੰਦੇ ਹਾਂ, ਜਿਸ ਦਿਨ ਹੁਣ ਸਾਡੀ ਮੀਟਿੰਗ ਹੋਈ ਹੈ ਅਸੀਂ ਉਸ ਦਿਨ ਵੀ ਕਿਹਾ ਕੁਲਦੀਪ ਧਾਲੀਵਾਲ ਜੀ ਨੂੰ, ਕਿਉਂਕਿ ਸਾਡਾ 29 ਦਾ ਧਰਨਾ ਸੀ, 28 ਨੂੰ ਸਾਡਾ ਮੀਟਿੰਗ ਕੀਤੀ ਹੈ ਕੁਲਦੀਪ ਧਾਲੀਵਾਲ ਜੀ ਨੇ, ਹੈ ਨਾ, ਸਤੰਬਰ ਦੇ ਵਿੱਚ। ਸੋ ਉਹ ਜਦੋਂ ਮੀਟਿੰਗ ਕੀਤੀ ਹੈ, ਉਸ ਮੀਟਿੰਗ 'ਚ ਅਸੀਂ ਕਿਹਾ ਉਹਨਾਂ ਨੂੰ ਵੀ ਤੁਸੀਂ ਤਾਂ ਕਿ ਹਰ ਮਹੀਨੇ ਮੀਟਿੰਗ ਕਰਿਆ ਕਰਾਂਗੇ, ਤੇ ਹੁਣ ਤੁਹਾਡੀ ਉਹ ਮੀਟਿੰਗ ਕਿੱਥੇ ਗਈ? ਅੱਜ ਮੀਟਿੰਗ ਸਾਨੂੰ ਧਰਨਾ ਅਨਾਉਂਸ ਕਰਕੇ ਫਿਰ ਮੀਟਿੰਗ ਮਿਲੀ ਹੈ। ਤੇ ਫਿਰ ਮੈਂ ਇਹ ਕਹਾਂਗਾ ਵੀ ਫਿਰ ਨੀਤ ਤੇ ਨੀਤੀ 'ਚ ਕਿਉਂ ਨਾ ਕਹੀਏ ਵੀ ਫਰਕ ਹੈ ਨਹੀਂ, ਇਹਨਾਂ ਦੇ ਉਹੀ ਕੁਛ ਹੈ। ਕਿਸਾਨਾਂ ਕੋਲ ਹੈ ਕੀ ਹੁਣ? ਪਾਣੀ ਜਿਹੜਾ ਉਹ ਨਹੀਂ ਪੁੱਜਦਾ ਪਿਆ ਨੱਕੇ ਤੱਕ, ਜ਼ਮੀਨ ਬੰਜਰ ਹੈ, ਜ਼ਮੀਨ ਜਿਹੜੀ ਹੈਗੀ ਆ ਉਸ ਵਿੱਚ ਪਾਣੀ ਨਹੀਂ ਥੱਲੇ ਹੈਗਾ, ਗੰਦਲਾ ਪਾਣੀ ਹੈ। ਕਿਸਾਨਾਂ ਕੋਲ ਹੈ ਕੀ ਕਿ ਆਪਣੇ ਹੱਕ ਲੈਣ ਵਾਸਤੇ ਵੋਟਾਂ ਵਿੱਚ ਕਿ ਸੜਕਾਂ ਤੇ? ਦੇਖੋ ਇਹ ਤਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਹੀ ਸੜਕਾਂ ਤੇ ਆਉਂਦੇ ਆ। ਮੈਂ ਬਹੁਤ ਵਾਰ ਕਿਹਾ ਕਿ ਅਸੀਂ ਕੋਈ ਜਾਣਬੁੱਝ ਕੇ ਸੜਕਾਂ ਤੇ ਨਹੀਂ ਆਉਂਦੇ। ਕਈ ਵਾਰ ਇਹ ਕਿਸਾਨ ਨੂੰ ਦੋਸ਼ੀ ਬਣਾਇਆ ਜਾਂਦਾ ਕਿ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਉਹੀ ਆ ਕੇ ਬਹਿ ਜਾਂਦੇ ਆ। ਉਸ ਦਿਨ ਕੁਲਦੀਪ ਧਾਲੀਵਾਲ ਜੀ ਨੇ ਮੀਟਿੰਗ 'ਚ ਵੀ ਕਿਹਾ ਵੀ ਇਹ ਆਦੀ ਹੋ ਗਏ ਜੀ, ਵੀ ਇਹ ਕਹਿੰਦੇ ਵੀ 1.25 ਸਾਲ ਅਸੀਂ ਉੱਥੇ ਬਹਿ ਕੇ ਆਏ 1 ਸਾਲ 13 ਦਿਨ, ਤੇ ਇਹਨਾਂ ਨੂੰ ਘਰ ਬੈਠਿਆਂ ਰੋਟੀ ਨਹੀਂ ਹਜ਼ਮ ਹੁੰਦੀ। ਅਸੀਂ ਉਹਨਾਂ ਨੂੰ ਸਾਫ਼ ਸ਼ਬਦਾਂ 'ਚ ਕਿਹਾ ਵੀ ਧਾਲੀਵਾਲ ਸਾਹਿਬ ਅਸੀਂ ਬਿਲਕੁਲ ਸੜਕਾਂ 'ਤੇ ਨਹੀਂ ਆਉਣਾ ਚਾਹੁੰਦੇ, ਸਾਡੇ ਭੈਣਾਂ ਭਰਾ ਨੇ ਸੜਕਾਂ 'ਤੇ, ਅਸੀਂ ਉਹਨਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ, ਪਰ ਸਾਡੇ ਕੋਲ ਰਸਤਾ ਕੀ ਲੋਕਤੰਤਰ ਦੇ ਵਿੱਚ? ਆਪਣੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਰਸਤਾ ਕੀ ਹੈ? ਤੁਸੀਂ ਕਹਿੰਦੇ ਟੇਬਲ ਟਾਕ ਤੇ ਵੀ ਬੁਲਾਉਂਦੇ ਕਿਉਂ ਨਹੀਂ? ਫਿਰ ਜਦੋਂ ਅਸੀਂ ਧਰਨੇ ਲਾਉਂਦੇ ਫਿਰ ਬੁਲਾਉਂਦੇ ਹੋ, ਪਹਿਲਾਂ ਬੁਲਾ ਲਿਆ ਕਰੋ ਤਾਂ ਫਿਰ ਸਾਨੂੰ ਇਹ ਕੰਮ ਰਸਤਾ ਅਖਤਿਆਰ ਹੀ ਨਾ ਕਰਨਾ ਪਵੇ।
ਅੱਛਾ, ਸਹੀ ਦੱਸਣਾ, ਸੱਤਾ ਕੀ ਕਿਸਾਨੀ ਸੰਕਟ ਦਾ ਹੱਲ ਕਰ ਦੂਗੀ? ਜੋ ਸਿਆਸਤਦਾਨ ਨੇ ਕਿਸਾਨੀ ਸੰਕਟ ਦਾ ਹੱਲ ਕਰ ਦੇਣਗੇ, ਚਾਹੇ ਕੋਈ ਵੀ ਸਿਆਸਤਦਾਨ ਨੇ। ਕਿਉਂ ਨਹੀਂ ਕਰ ਸਕਦੇ? ਸਰਕਾਰਾਂ ਹੁੰਦੀਆਂ ਕਾਹਦੇ ਲਈ ਹੈ? ਸੱਤਾ ਕਾਹਦੇ ਲਈ ਆਉਂਦੀ ਹੈ? ਹੱਲ ਕਰਨੇ ਨਹੀਂ ਆਉਂਦੀ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੈ। ਅਸੀਂ ਵੀ ਸਮਝਦੇ ਹਾਂ ਕਿ ਜੇ ਸਰਕਾਰਾਂ ਦੇ ਕੋਲ ਫਾਈਨੈਂਸ਼ੀਅਲ ਕਮੀਆਂ ਮਜਬੂਰੀ ਹੈ ਤਾਂ ਬੈਠ ਕੇ ਉਹਦੇ ਨਾਲ ਗੱਲਬਾਤ ਹੋ ਸਕਦੀ ਹੈ। ਕਿੰਨੇ ਕੁ ਮਸਲੇ ਹੱਲ ਹੋ ਗਏ ਨੇ ਫਿਰ? ਦੇਖੋ ਸਾਡਾ ਕਾਫੀ, ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਅਸੀਂ ਸਰਕਾਰ ਦੇ ਵਿਰੋਧ 'ਚ ਹੀ ਆ, ਵਿਦਖੋਈ ਕਰੀ ਜਾਣੀ। ਸਰਕਾਰ ਨੇ ਕੋਈ ਪੋਜ਼ਿਟਿਵ ਗੱਲਾਂ ਵੀ ਕੀਤੀਆਂ ਨੇ, ਜਿਹਦੇ ਵਿੱਚ ਸਾਡਾ ਇਹਨਾਂ ਨੇ ਕਮਿਟਮੈਂਟ ਕੀਤੀ ਵੀ 100 ਕਰੋੜ ਦੀਆਂ ਤੁਹਾਨੂੰ 3 ਕਿਸ਼ਤਾਂ ਹੀ ਤੁਹਾਡਾ ਕੋਆਪਰੇਟਿਵ ਦਾ ਜਿਹੜਾ ਬਕਾਇਆ ਪਾ ਦਿਆਂਗੇ। ਬਾਕੀ ਪ੍ਰਾਈਵੇਟ ਮਿੱਲਾਂ ਤੇ ਵੀ ਡੰਡਾ ਚੜਾ ਕੇ ਇਹਨਾਂ ਨੇ ਪੇਮੈਂਟਾਂ ਪਾਈਆਂ, ਕੇਵਲ ਫਗਵਾੜੇ ਵਾਲਾ ਮਾਲਕ ਭੱਜਿਆ ਹੋਇਆ। ਸੋ ਇਹਦੇ ਵਿੱਚ ਅਸੀਂ ਸਰਕਾਰ ਦਾ ਹੀ ਸ਼ਲਾਘਾ ਵੀ ਕਰਾਂਗੇ। ਫਿਰ ਆ ਗੰਨੇ ਦੇ ਰੇਟ ਦਾ ਸੀ, ਉਹ ਇਹਨਾਂ ਨੇ ਕਹੇ 3 ਤਰੀਕ ਨੂੰ ਅਨਾਉਂਸ ਕਰਾਂਗੇ, ਔਰ ਰੇਟ ਅਨਾਉਂਸ ਕਰਦਾ ਬੇਸ਼ੱਕ ਘੱਟ ਕੀਤਾ। ਸਾਡੀ ਡਿਮਾਂਡ 450 ਦੀ ਹੈ, ਪਰ ਇਹਨਾਂ ਨੇ 380 ਕੀਤਾ, 20 ਰੁਪਏ ਪਿਛਲੇ ਸਾਲ ਨੂੰ ਵਧਾਏ ਨੇ। ਸੋ ਮੈਂ ਸਮਝਦਾ ਕਿ ਜੇਕਰ ਇਸ ਤਰ੍ਹਾਂ ਬਹਿ ਕੇ ਸਾਨੂੰ ਭਰੋਸੇ 'ਚ ਲੈ ਕੇ ਸਾਡੇ ਹੱਲ ਨਿਕਲਣ, ਫਿਰ ਸਾਨੂੰ ਸੜਕਾਂ ਤੇ ਕਿਉਂ ਜਾਣਾ ਪਵੇ? ਭਗਵੰਤ ਮਾਨ ਬਾਬਰ ਇੱਕ ਚਰਚਾ ਕਰਦੇ ਆਏ ਨੇ ਕਿ ਮੈਂ ਵੀ ਕਿਸਾਨੀ ਦਾ ਪੋਤਾ, ਮੈਨੂੰ ਸਮੱਸਿਆਵਾਂ ਪਤਾ ਨੇ, ਸਮੱਸਿਆਵਾਂ ਦੇ ਹੱਲ ਹੋ ਜਾਣਗੇ ਜੇ ਮੈਂ ਕਿਸਾਨੀ ਬਾਰੇ ਸੋਚਾਂਗਾ, ਆਉਣ ਵਾਲੇ ਸਮੇਂ 'ਚ ਵੋਟ ਮੈਨੂੰ ਪਾਓ। ਕੀ ਲੱਗਦਾ ਤੁਸੀਂ ਮੀਟਿੰਗ ਕਰਨੇ ਹੋ ਵੀ ਵਾਕਈ ਭਗਵੰਤ ਮਾਨ ਜੋ ਨੇ ਉਹ ਕਿਸਾਨੀ ਬਾਰੇ ਸੋਚਦੇ ਨੇ, ਖੁਦ ਕਹਿੰਦੇ ਕਿ ਮੈਂ ਕਿਸਾਨ ਦਾ ਪੋਤਾ? ਨਹੀਂ, ਦੇਖੋ ਕਹਿਣੇ ਤੇ ਕਰਨੇ 'ਚ ਬੜਾ ਅੰਤਰ ਹੁੰਦਾ ਹੈ। ਜੇ ਕਿਸਾਨ ਦੇ ਪੁੱਤਰ ਨੇ, ਅਸੀਂ ਮੰਨਦੇ ਹਾਂ ਵੀ ਕਿਸਾਨ ਦੇ ਪੁੱਤਰ ਨੇ, ਪਰ ਕਿਸਾਨੀ ਪੱਖ ਦੀਆਂ ਗੱਲਾਂ ਕਿੰਨੀਆਂ ਕੁ ਕਰਦੇ ਨੇ, ਕਿਸਾਨੀ ਪੱਖ ਤੇ ਸੁਹਿਰਦ ਕਿੰਨੇ ਕੁ ਨੇ, ਇਹ ਤਾਂ ਵੇਖਣਾ ਪੈਣਾ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪਤਾ ਲੱਗ ਜੂਗਾ ਵੀ ਤੁਸੀਂ ਕਿੰਨੇ ਕੁ ਸੁਹਿਰਦ ਹੋ। ਠੀਕ ਹੈ, ਇੱਥੇ ਤੱਕ ਮੈਂ ਕਹਾਂਗਾ ਵੀ ਥੋੜੇ ਸਮੇਂ ਦੇ ਵਿੱਚ ਕੁਝ ਗੱਲਾਂ ਇਹਨਾਂ ਨੇ ਪੋਜ਼ਿਟਿਵ ਕੀਤੀਆਂ ਨੇ ਕਿਸਾਨੀ ਪੱਖੀ, ਪਰ ਹਜੇ ਲੰਬਾ ਸਮਾਂ ਚੱਲਣਾ ਹੈ ਕਿ ਮੁਸ਼ਕਲਾਂ ਬਹੁਤ ਵੱਡੀਆਂ ਨੇ। ਪਿਛਲੀਆਂ ਸਰਕਾਰਾਂ ਦੀ ਦੇਣ ਲਾ ਲਓ, ਉਹਨਾਂ ਤੋਂ ਪਿਛਲੀਆਂ ਦੀ ਦੇਣ ਲਾ ਲਓ, ਪਰ ਉਹ ਜਿਹੜੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਨੇ। ਸਰਕਾਰ ਨੂੰ ਸਾਰੀਆਂ ਦਾ ਹੱਲ ਨਿਕਲ ਸਕਦਾ, ਇਹ ਨਹੀਂ ਵੀ ਹੱਲ ਨਹੀਂ ਨਿਕਲ ਸਕਦਾ, ਪਰ ਸਰਕਾਰ ਬੈਠੇ, ਸਰਕਾਰ ਕੀ ਕਰਦੀ ਹੈ? ਸਰਕਾਰ ਦੇ ਕੋਲ ਜਿਹੜੇ IAS ਇਹਨਾਂ ਦੇ ਅਫਸਰ ਨੇ ਵੱਡੇ, ਉਹ ਨੀਤੀ ਘਾੜੇ ਉਹ ਬੈਠੇ ਨੇ, ਜਿਹੜੇ ਕਿ ਪ੍ਰੈਕਟੀਕਲੀ ਖੇਤ ਦੇ ਵਿੱਚ ਜਾਂਦੇ ਹੀ ਨਹੀਂ, ਜਿਨ੍ਹਾਂ ਨੂੰ ਪਤਾ ਹੀ ਨਹੀਂ। ਮੈਂ ਤਾਂ ਬਹੁਤ ਵਾਰ ਕਿਹਾ ਤੁਹਾਡੇ ਮਾਧਿਅਮ ਰਾਹੀਂ ਵੀ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਗੁੜ ਦੀ ਡਲੀ ਕੜਾਹੇ 'ਚ ਪੈਦਾ ਹੁੰਦੀ ਹੈ ਕਿ ਦਰਖਤ ਨੂੰ ਲੱਗਦੀ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਆਲੂ ਜਿਹੜਾ ਆ ਉਹ ਜ਼ਮੀਨ 'ਚ ਪੈਦਾ ਹੁੰਦਾ ਕਿ ਉੱਪਰ ਛਿੱਟੇ 'ਚ ਲੱਗਦਾ। ਇਹਨੂੰ ਇਹ ਨਹੀਂ ਪਤਾ ਹੋਣਾ ਵੀ ਕਣਕ ਜ਼ਮੀਨ 'ਚ ਨਿਕਲਦੀ ਕਿ ਛਿੱਟੇ 'ਚ ਪੈਂਦੀ ਹੈ। ਇਹ IAS ਪੜ੍ਹਦੇ ਨੇ ਏਸੀ ਕਿਤਾਬਾਂ 'ਚ ਬੈਠ ਕੇ, ਤੇ ਉਹ ਨੀਤੀਆਂ ਉਹ ਲਾਗੂ ਕਰਦੇ ਨੇ। ਬਹੁਤ ਇਹਨਾਂ ਨੂੰ ਚਾਹੀਦਾ ਕੀ ਹੈ, ਜਿਹੜੇ ਪ੍ਰੈਕਟੀਕਲ ਤੌਰ ਤੇ ਕਿਸਾਨ ਖੇਤ 'ਚ ਵਿਚਰਦਾ ਹੈ, ਜੇ ਕਿਸਾਨ ਨੂੰ ਪਤਾ ਹੈ ਵੀ ਮੇਰਾ ਲਾਗਤ ਮੁੱਲ ਕੀ ਹੈ, ਮੈਨੂੰ ਕਿਹੜੀਆਂ ਮੁਸ਼ਕਲਾਂ ਆਉਣੀਆਂ ਨੇ, ਉਹ ਮੈਂਬਰ ਲੈ ਲੈਣ ਆਗੂਆਂ ਦੇ ਵਿੱਚੋਂ ਚੁਣ ਕੇ ਵੀ ਭਾਈ ਦਿਓ 2 ਆਗੂ, ਆਪਣੇ ਆਗੂ ਲੈ ਕੇ ਤਾਂ ਉਹਦੀ ਮੀਟਿੰਗ ਕਰਿਆ ਕਰਨ, ਮੁਸ਼ਕਲਾਂ ਦਾ ਹੱਲ ਕਰਨ, ਕਿਸਾਨਾਂ ਨੂੰ ਹੀ ਪੁੱਛ ਲੈਣ। ਅਸੀਂ ਦੱਸਾਂਗੇ ਕਿਵੇਂ ਹੱਲ ਨਿਕਲਦਾ, ਇਹਨਾਂ ਦੀ ਫਾਈਨੈਂਸ਼ੀਅਲ ਸਥਿਤੀ ਨੂੰ ਦੇਖ ਕੇ ਵੀ ਦੱਸਾਂਗੇ। ਅੱਛਾ, ਇੱਕ ਆਖਰੀ ਸਵਾਲ ਹੈ, MSP ਪੰਜਾਬ ਗਵਰਨਮੈਂਟ ਵੀ ਦੇ ਸਕਦੀ ਹੈ, ਕੇਂਦਰ ਵੀ। ਪੰਜਾਬ ਗਵਰਨਮੈਂਟ ਕੋਲ ਡਿਮਾਂਡ ਕਰਨੀ MSP ਦੀ ਸਾਰੀ ਫਸਲਾਂ ਦੇ ਉੱਤੇ, ਕਿਉਂਕਿ ਅਨਮੋਲ ਗਗਨ ਨੇ ਕਿਹਾ ਸੀ ਕਿ 5 ਮਿੰਟ ਦੇ ਵਿੱਚ MSP ਦੇ ਦਾਂਗੇ, ਸਾਡੀ ਸਰਕਾਰ ਸੱਤਾ ਚਾਣ ਦਿਓ। ਕਿਉਂ ਨਹੀਂ ਦੇ ਸਕਦੀ ਪੰਜਾਬ ਗਵਰਨਮੈਂਟ? ਕੇਰਲਾ ਗਵਰਨਮੈਂਟ ਇਸ ਲਈ ਸਬਜ਼ੀਆਂ ਤੇ ਵੀ ਦੇ ਰਹੀ ਹੈ 16 ਫਸਲਾਂ ਐਕਸਟਰਾ। ਦੇਖੋ 23 ਫਸਲਾਂ ਤੇ ਕੇਂਦਰ ਦੇ ਰਹੀ MSP, ਉਹਨਾਂ ਨੇ 16 ਫਸਲਾਂ ਤੇ ਐਕਸਟਰਾ ਹੋਰ ਕਰਤਾ। ਸਬਜ਼ੀਆਂ ਤੇ ਵੀ MSP ਅਨਾਉਂਸ ਕਰਤੀ ਕੇਰਲ ਸਰਕਾਰ ਨੇ, ਪਰਸਨਲੀ ਸਟੇਟ ਨੇ ਕੀਤੀ ਨਾ ਉਹ, ਤੇ ਕਿਉਂ ਨਹੀਂ ਪੰਜਾਬ ਸਰਕਾਰ ਕਰ ਸਕਦੀ? ਫਰਕ ਇੰਨਾ ਕੁ ਹੈ ਵੀ ਇਹਨਾਂ ਦੀਆਂ ਨੀਤੀਆਂ ਕਿੱਥੇ ਕੁ ਬੈਠੀਆਂ, ਇਹਨਾਂ ਦੇ ਨੀਤੀ ਘਾੜੇ ਕਿੱਥੇ ਕੁ ਬੈਠੇ ਨੇ, ਇਹਨਾਂ ਦੇ ਨੀਤੀ ਘਾੜੇ ਕਿਹੜੀ ਨੀਤੀ ਘੜਦੇ ਨੇ, ਫਾਈਨੈਂਸ਼ੀਅਲ ਕਿੱਥੋਂ, ਫਾਈਨੈਂਸ ਕਿੱਥੋਂ ਰੇਂਜ ਹੋਣਾ, ਉਹਦੇ ਬਾਰੇ ਕੀ ਇਹਨਾਂ ਨੇ ਅਗਲੀ ਪਾਲਿਸੀ ਬਣਾਈ ਹੈ। ਸਾਰੀ ਗੱਲ ਪਾਲਿਸੀਆਂ ਦੇ ਤਹਿਤ, ਉਹਦੇ ਇਹ ਪਾਲਿਸੀ ਕਿਹੜੀ ਕਰਦੇ? ਅੱਛਾ, ਡੱਲੇਵਾਲ ਸਾਹਿਬ ਆਏ ਨੇ, ਇਸ ਤੋਂ ਬਾਅਦ ਤੁਹਾਡੀ ਮੀਟਿੰਗ ਹੈ, ਅਲੱਗ-ਅਲੱਗ ਮੀਟਿੰਗਾਂ ਕਿਉਂ ਕਰਦੇ ਹੋ? ਕਿਉਂਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਤੁਸੀਂ ਪਹਿਲਾਂ ਵੀ ਸਟੇਟਮੈਂਟ ਦਿੱਤੀ ਸੀ ਕਿ ਉਸ ਮੋਰਚੇ ਨੂੰ ਨਾ ਤੋੜਨ, ਸਾਡੇ ਨਾਲ ਬੈਠ ਕੇ ਗੱਲ ਕਰ ਲੈਣ, ਵੀ ਕੋਈ ਵੀ ਸਮੱਸਿਆ ਹੈਗੀ ਉਸ ਦਾ ਹੱਲ ਹੋ ਜਾਊਗਾ। ਫਿਰ ਅਲੱਗ-ਅਲੱਗ ਮੀਟਿੰਗਾਂ ਕਿਉਂ ਹੋ ਰਹੀਆਂ ਨੇ? ਦੇਖੋ ਇਹ ਤਾਂ ਉਹਦਾ ਜਵਾਬ ਡੱਲੇਵਾਲ ਸਾਹਿਬ ਵਧੀਆ ਦੇ ਸਕਦੇ, ਵੱਡੇ ਵੀਰ ਨੇ ਸਾਡੇ। ਅਸੀਂ ਤਾਂ ਉਹਨਾਂ ਕੋਲ ਘਰ ਵੀ ਗਏ ਉਹਨਾਂ ਦੇ, ਵੀ ਭਾਈ ਆਪਾਂ ਏਕਤਾ 'ਚ ਰਹੀਏ, ਏਕਤਾ 'ਚ ਬਲ ਹੁੰਦਾ। ਮੈਂ ਤੇ ਅੱਜ ਵੀ ਕਹਿੰਦਾ, ਦੇਖੋ ਇੱਕ ਦੂਜੇ ਤੇ ਕਟਾਸ਼ ਹੋ ਜਾਂਦੀ ਹੈ, ਉਹ ਕਰਦੇ ਨੇ, ਸਾਤੋਂ ਵੀ ਹੋ ਜਾਂਦੀ ਹੈ। ਫਿਰ ਵੀ ਅਸੀਂ ਮੰਨਦੇ ਹਾਂ ਉਹ ਵੱਡੇ ਭਰਾ ਨੇ, ਜੇ ਕਿਤੇ ਸਾਨੂੰ ਗਲਤੀ ਮੰਨਣ ਦੀ ਲੋੜ ਪਊ, ਕਿਤੇ ਅਸੀਂ ਸਿਰ ਝੁਕਾਉਣਾ ਪਊ, ਅਸੀਂ ਝੁਕਾਉਣ ਨੂੰ ਤਿਆਰ ਹਾਂ ਏਕਤਾ ਵਾਸਤੇ। ਪਰ ਡੱਲੇਵਾਲ ਸਾਹਿਬ ਨੂੰ ਚਾਹੀਦਾ, ਜਿਹੜੀ ਆ ਗੱਲ ਪੋਲੀਟੀਕਲ ਨਾਨ ਪੋਲੀਟੀਕਲ ਵਾਲੀ ਕਰੀ ਜਾਂਦੇ ਨੇ, ਇਹ ਠੀਕ ਨਹੀਂ ਹੈ। ਇਹਦੇ ਵਿੱਚ ਕੌਣ ਪੋਲੀਟੀਕਲ ਹੈ, ਕੌਣ ਨਾਨ ਪੋਲੀਟੀਕਲ ਹੈ? ਉਧਰ ਕਈ ਜਥੇਬੰਦੀਆਂ ਬੈਠੀਆਂ ਨੇ ਜਿਨ੍ਹਾਂ ਦਾ ਮੈਂ ਦੇ ਸਕਦਾ ਰਿਕਾਰਡ ਵੀ ਇਹ ਲੋਕਾਂ ਦਾ ਪਿਛੋਕੜ ਪੋਲੀਟੀਕਲ ਹੈ, ਜਾਂ ਅੱਜ ਵੀ ਇਹ ਪੋਲੀਟੀਕਲ ਇਹਨੂੰ ਸਪੋਰਟ ਕਰਦੇ ਨੇ। ਫਿਰ ਸਾਡੇ 'ਚ ਵੀ ਹੋਣਗੀਆਂ, ਪਰ ਮੈਂ ਇਹ ਗੱਲ ਕਹਾਂਗਾ, ਇਹ ਪੋਲੀਟੀਕਲ ਨਾਨ ਪੋਲੀਟੀਕਲ ਦਾ ਵਖਰੇਵਾ ਪਾ ਕੇ ਇੱਦਾਂ ਇਹਨੂੰ SKM ਨਾ ਤੋੜਿਆ ਜਾਵੇ, SKM ਨੂੰ ਇਕੱਠਾ ਕੀਤਾ ਜਾਵੇ। ਔਰ ਜੇਕਰ ਲੱਗਦਾ ਹੈ ਕੋਈ ਇਹਦੇ ਵਿੱਚੋਂ ਪੋਲੀਟੀਕਲ ਲਾਹਾ ਲੈਣਾ ਚਾਹੁੰਦਾ, ਬੇਸ਼ੱਕ ਉਹਨੂੰ ਇਕੱਲੇ ਨੂੰ ਬਾਹਰ ਕੱਢਿਆ ਜਾ ਸਕਦਾ। ਮੈਂ ਤਾਂ ਇਹ ਵੀ ਕਿਹਾ ਸੀ ਕਿ ਤੁਸੀਂ SKM ਦੀ ਵੱਡੀ ਮੀਟਿੰਗ 'ਚ ਆਓ, ਆਪਣੀ ਗੱਲ ਰੱਖੋ, ਇੱਕ ਵਾਰੀ ਇਕੱਠੇ ਹੋ ਕੇ ਬਹਿ ਤਾਂ ਲਈਏ। ਬਾਅਦ ਕੱਢ ਦਿੱਤਾ ਗਿਆ, ਉਹਦੇ ਵਿੱਚੋਂ ਇਲਜ਼ਾਮ ਇਹ ਲੱਗੇ ਨੇ ਡੱਲੇਵਾਲ ਸਾਹਿਬ ਦੇ ਕਿ ਖੂਫੀਆ ਏਜੰਸੀਆਂ ਨੂੰ ਉਹ ਰਿਪੋਰਟਾਂ ਲੀਕ ਕਰਦੇ ਦੇ ਨੇ, ਤਾਂ ਬਾਹਰ ਕੱਢਿਆ। ਦੇਖੋ ਮੈਂ ਕਲੀਅਰ ਕੱਟ ਕਵਾਂ, ਮੈਂ ਇਲਜ਼ਾਮ ਕੋਈ ਨਹੀਂ ਲਾਇਆ, ਮੈਂ ਨਾ ਹਿੱਸਾ ਤੁਸੀਂ ਵੀ ਹੋ ਨਾ ਮੈਂ ਇਲਜ਼ਾਮ ਲਾਵਾਂਗਾ। ਪਰ ਇੱਕ ਗੱਲ ਜ਼ਰੂਰ ਮੈਂ ਕਹਾਂਗਾ, SKM ਦੀ ਇਹ ਪਾਲਿਸੀ ਰਹੀ ਹੈ, ਜੇ ਸਾਡੇ ਤੇ ਇਲਜ਼ਾਮ ਲੱਗਾ ਸੀ, ਇਲਜ਼ਾਮ ਸੀ ਉਹ
ਸੱਚ ਨਹੀਂ ਸੀ ਵੀ ਆ 16 ਜਥੇਬੰਦੀਆਂ ਜੀ ਪੋਲੀਟੀਕਲ ਹੋ ਗਈਆਂ, ਇਹ ਇਲੈਕਸ਼ਨ ਚੱਲ ਗਈਆਂ। ਹਾਲਾਂਕਿ ਮੈਂ ਹਰ ਸਟੇਜ ਤੋਂ ਸਿੰਘੂਵਾੜ ਦੀ ਸਟੇਜ ਤੋਂ ਵੀ ਕਹਿੰਦਾ ਵੀ ਅਸੀਂ ਇਲੈਕਸ਼ਨ ਨਹੀਂ ਲਾਣੀ। ਮੈਂ ਜਦੋਂ ਇਹਨਾਂ 16 ਦੇ ਨਾਲ ਵੀ ਗਿਆ ਉਦੋਂ ਵੀ ਇਹਨਾਂ ਨੂੰ ਕਿਹਾ ਭਈ ਨਾ ਸਾਨੂੰ ਅੱਜ ਕੁਛ ਚਾਹੀਦਾ ਨਾ ਬਾਅਦ ਚਾਹੀਦਾ। ਜੇ ਤੁਹਾਡੀ ਵਾਹਿਗੁਰੂ ਹੁਣ ਤਾਂ ਚਲੋ ਲੋਕਾਂ ਨੇ ਨਕਾਰਤਾ, ਜੇ ਤੁਹਾਡੀ ਸੱਤਾ ਵੀ ਆ ਜਾਵੇ ਤਾਂ ਵੀ ਅਸੀਂ ਕੁਛ ਨਹੀਂ, ਸਾਡੀ ਡਿਮਾਂਡ ਇੱਕ ਪੰਜਾਬ ਨੂੰ ਅੱਛੀ ਦਿੱਖ ਦੇ ਦਿਓ, ਪੰਜਾਬ ਵਾਸਤੇ ਵਿਲਕਦੇ ਆ। ਤੇ ਫਿਰ ਵੀ ਇਹਨਾਂ ਨੇ ਸਾਨੂੰ ਪੋਲੀਟੀਕਲ ਕਹਿ ਕੇ ਸਾਨੂੰ ਬਾਹਰ ਕੱਢਿਆ ਹੀ, ਸਾਨੂੰ 4 ਮਹੀਨੇ ਲਈ ਕੱਢ ਰੱਖਿਆ। ਸਭ ਤੇ ਇਲਜ਼ਾਮ ਕਿਉਂ ਲੱਗਣਗੇ? ਖੁਫੀਆ ਏਜੰਸੀਆਂ ਨੂੰ ਰਿਪੋਰਟ ਦਿੰਦੇ ਨੇ, ਇਹ ਵੀ ਇਲਜ਼ਾਮ ਲੱਗੇ। ਨਹੀਂ, ਇਲਜ਼ਾਮ ਇਸ ਕਰਕੇ ਲੱਗਦੇ ਨੇ ਜਦੋਂ ਅਸੀਂ ਦੂਸਰੇ ਤੇ ਇਲਜ਼ਾਮ ਲਾਉਂਦੇ ਆ ਵੀ ਇਹ ਤਾਂ ਜੀ ਇਹ ਤਾਂ ਇਹਨਾਂ ਨਾਲ ਰਲੇ ਹੋਏ ਸੀ, ਇਹਨਾਂ ਨਾਲ, ਜਦ ਕਿ ਉੱਥੇ ਜਿਹੜੇ IB ਵਾਲੇ ਸੀ ਉਹ ਡੱਲੇਵਾਲ ਸਾਹਿਬ ਦੇ ਕਮਰੇ 'ਚ ਮੈਂ ਦੇਖੇ ਨੇ, ਇਹਨਾਂ ਦੇ ਨਾਲ ਉੱਥੇ ਬਹਿੰਦੇ ਰਹੇ ਨੇ। ਜਿਹੜਾ ਦਿੱਲੀ ਦਾ SP ਸੀ ਉਹ ਨਾਲ ਲੈ ਕੇ ਆਉਂਦਾ ਰਿਹਾ ਰੰਧਾਵਾ। ਔਰ ਫਿਰ ਮੈਂ ਕਹਾਂਗਾ ਸਾਡੇ ਇੱਥੋਂ ਜਿਹੜੇ ਹਰਦਿਆਲ ਮਾਨ ਜੀ ਇੱਥੋਂ ਡਿਊਟੀ ਲੱਗੀ ਹੋਈ ਸੀ ਉਹਨਾਂ ਦੀ, ਜਿਹੜੇ IG ਨੇ ਰਿਟਾਇਰ, ਮੇਰੇ ਖਿਆਲ ਦੇ ਵਿੱਚ ਹੁਣ ਰਿਟਾਇਰ ਹੋ ਗਏ ਨੇ ਪਹਿਲਾਂ, ਔਰ ਜਿਹੜੇ ਬਲਵਿੰਦਰ ਸਿੱਧੂ ਜੀ ਨੇ ਡਾਇਰੈਕਟਰ ਰਹੇ ਨੇ ਪਟਿਆਲੇ ਵਾਲੇ, ਇਹ ਸਾਰੇ ਡੱਲੇਵਾਲ ਸਾਹਿਬ ਦੇ ਕਮਰੇ 'ਚ ਉਹ IB ਵਾਲਿਆਂ ਨੂੰ ਨਾਲ ਲੈ ਕੇ ਆਉਂਦੇ ਰਹੇ ਨੇ, ਇਹਨਾਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ। ਉਹਦਾ ਮਤਲਬ ਇਹ ਨਹੀਂ ਕਹਿ ਸਕਦੇ ਵੀ ਰਲੇ ਹੋਏ ਨੇ, ਐਵੇਂ ਕਿਸੇ ਦੇ ਦੂਸ਼ਣਬਾਜ਼ੀ ਕਰੀ ਜਾਣੀ। ਫਿਰ ਉਹ ਤਾਂ ਕਹਿੰਦੇ ਖੂਹ 'ਚ ਜਿਹੋ ਜਿਹੀ ਆਵਾਜ਼ ਦੇਵਾਂਗੇ ਉਹ ਜੀ ਅੱਗੇ ਸੁਣਨੀ ਹੈ। ਜਦੋਂ ਇਹ ਕਿਸੇ ਨੂੰ ਦੋਸ਼ ਲਾਉਂਦੇ ਆ ਅਗਲਾ ਵੀ ਫਿਰ ਮੋਹਰੇ ਲਾਉਂਦਾ। ਰਾਜਲ ਸਾਹਿਬ ਤੇ ਕਿਉਂ ਦੋਸ਼ ਲੱਗਦਾ ਵੀ ਉਹ ਚਿੱਠੀਆਂ ਲਿਖਦੇ ਨੇ? ਜੇ ਇਹਨਾਂ ਨਾਲ ਬੰਦੇ ਬਹਿ ਕੇ ਗੱਲ ਕਰ ਸਕਦੇ ਕਿ ਰਾਜਲ ਚਿੱਠੀ ਲਿਖ ਸਕਦੇ? ਨਹੀਂ, ਮੈਂ ਉਹੀ ਗੱਲ, ਇਹ ਤਾਂ ਗੱਲ ਸਰਕਾਰ ਨਾਲ ਗੱਲ ਤੋੜਨੇ ਵਾਸਤੇ ਚਿੱਠੀਆਂ SKM ਨੇ ਆਪ ਲਿਖੀਆਂ, ਕਈ ਵਾਰੀ ਮੀਟਿੰਗ 'ਚ ਪਾਸ ਹੋ ਕੇ ਲਿਖੀਆਂ। ਜਦੋਂ ਉਹਨਾਂ ਨੇ ਸਾਨੂੰ ਪ੍ਰਪੋਜ਼ਲ ਕਿਹਾ ਭੇਜੋ ਤਾਂ ਇਹਨਾਂ ਨੇ ਆਪਣਾ ਭੇਜਿਆ ਵੀ ਅਸੀਂ ਕੋਈ ਪ੍ਰਪੋਜ਼ਲ ਨਹੀਂ ਭੇਜਣੀ ਭਾਈ, ਤੁਸੀਂ ਸਰਕਾਰ ਪ੍ਰਪੋਜ਼ਲ ਦੇਵੇ, ਕਿਹੜੀ ਦਿੰਦੀ ਹੈ ਉੱਤੇ ਵਿਚਾਰਾਂਗੇ। ਸੋ ਇਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ, ਚਿੱਠੀਆਂ ਵੀ ਜਾਂਦੀਆਂ ਰਹੀਆਂ, ਮੈਸੇਜ ਵੀ ਜਾਂਦੇ ਰਹੇ, SKM ਭੇਜਦਾ ਰਿਹਾ, ਸਹਿਮਤੀ ਨਾਲ ਭੇਜਦਾ ਰਿਹਾ। ਇਹ ਮੈਂ ਕਹਾਂ ਪਰਸਨਲੀ ਰੰਜਿਸ਼ ਜਿਹੜੀ ਹੈ ਉਹ ਨਹੀਂ ਰੱਖਣੀ ਚਾਹੀਦੀ। ਇਹ 'ਚ ਪਰਸਨਲੀ ਰੰਜਿਸ਼ਾਂ ਨਹੀਂ ਕਮਾ ਲਈਆਂ। ਸਾਡੇ ਵੱਡੇ ਆਗੂ ਨੇ ਸਾਰੇ ਹੀ, ਅਸੀਂ ਤਾਂ ਛੋਟੇ ਹਾਂ ਬਹੁਤ, ਇਹਨਾਂ ਦੇ ਕੋਲ ਬੱਚੇ ਆ, ਪਰ ਇਹਨਾਂ ਨੇ ਪਰਸਨਲੀ ਰੰਜਿਸ਼ਾਂ ਨਾਲ SKM ਦਾ ਨੁਕਸਾਨ ਹੋਇਆ ਉਹਦੇ ਨਾਲ। ਅੱਛਾ, ਜੋ ਤੁਸੀਂ ਤੁਹਾਡੀਆਂ ਮੰਗਾਂ ਨੇ, ਜੇ ਮੰਗਾਂ ਨਾ ਮੰਨੀਆਂ ਗਈਆਂ ਸੜਕਾਂ ਤੇ ਆਓਗੇ? ਬਿਲਕੁਲ ਸੜਕਾਂ ਤੇ ਆਵਾਂਗੇ। ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਫਿਰ ਅਸੀਂ ਬਖਸ਼ਾਂਗੇ। ਫਿਰ ਬਿਲਕੁਲ ਸਾਡੇ ਕੋਲ ਰਸਤਾ ਕੀ ਹੋਰ ਹੈ ਆਪਣੀਆਂ ਮੰਗਾਂ ਮਨਾਉਣ ਲਈ? ਫਿਰ ਸਾਡੇ ਕੋਲ ਕੋਈ ਰਸਤਾ ਹੈ ਪ੍ਰੋਟੈਸਟ। ਤੁਸੀਂ ਇੱਕ ਪਾਸੇ ਖੂੰਜੇ ਬਹਿ ਕਰਦੇ ਰਹੋ, ਕਹਿੰਦੇ ਬੈਠੇ ਰਹੋ। ਫਿਰ ਸਰਕਾਰ ਨੂੰ ਜੇਕਰ ਫੜਨਾ ਉਹਦੀ ਸੰਗੀ ਨੱਪਣੀ, ਫਿਰ ਸਾਨੂੰ ਸੜਕਾਂ ਤੇ ਆਉਣਾ ਪੈਣਾ। ਚੰਡੀਗੜ੍ਹ ਕਿ ਦਿੱਲੀ? ਹੋ ਸਕਦਾ ਚੰਡੀਗੜ੍ਹ ਵੀ ਆਈ ਹੈ, ਇਹ ਤਾਂ ਮੀਟਿੰਗ 'ਚ ਬਹਿ ਕੇ ਪਾਸ ਹੋਏਗਾ। ਤੁਸੀਂ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਮਨਜੀਤ ਰਾਏ ਕਿ ਮੀਟਿੰਗਾਂ ਲੈਣ ਵਾਸਤੇ ਵੀ ਪ੍ਰੋਟੈਸਟ ਕਰਨੇ ਪੈਣੇ ਨੇ। ਜਿਵੇਂ ਮਨਜੀਤ ਰਾਏ ਨੇ ਕਿਹਾ ਕਿ ਸਾਨੂੰ ਮੀਟਿੰਗ ਲੈਣ ਵਾਸਤੇ ਪਹਿਲਾਂ ਧਰਨੇ ਦੀ ਕਾਲ ਦੇਣੀ ਪੈਂਦੀ ਹੈ, ਫਿਰ ਅੱਗੋਂ ਕਾਲ ਆ ਜਾਂਦੀ ਹੈ ਕਿ ਤੁਹਾਡੀ ਮੀਟਿੰਗ ਫਿਕਸ ਹੋ ਗਈ ਹੈ। ਚਰਚਾ ਤਾਂ ਕਿਸਾਨਾਂ ਦੀ ਬਣਦੀ ਹੈ ਕਿਉਂਕਿ ਉਹ ਪੰਜਾਬ ਦੇ ਵਿੱਚ ਹੈ। ਸਭ ਤੋਂ ਜ਼ਿਆਦਾ ਵਰਗ ਜੋ ਹੈ ਕਿਸਾਨੀ ਨਾਲ ਜੁੜਿਆ ਹੋਇਆ ਹੈ ਕਿ ਕਿਸਾਨਾਂ ਦੀ ਸਮੱਸਿਆ ਸਮਝ ਆਉਂਦੀ ਹੈ ਕਿ ਕਿਸਾਨ ਸਮੱਸਿਆ 'ਚ ਕਦੋਂ ਨਿਕਲਣਗੇ। ਖੇਤੀ ਕੋਈ ਸਭ ਤੋਂ ਵੱਡਾ ਧੰਦਾ ਪੰਜਾਬ ਦੇ ਵਿੱਚ, ਜੇ ਉਹੀ ਬਰਬਾਦ ਹੋ ਗਈ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਤਸਵੀਰ ਕਿਹੋ ਜਿਹੀ ਹੋਏਗੀ?